ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਫਾਸਟ ਵੇ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਮੀਤ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਮੁੱਦਾ ਗਰਮ ਹੈ। ਅੱਜ ਕੱਲ੍ਹ ਇੱਕ ਮੁੱਦਾ ਖਾਸਾ ਭਖਿਆ ਹੋਇਆ ਉਹ ਹੈ ਜਾਸੂਸੀ ਦਾ। ਪੈਗਾਸਸ ਸਪਾਈਵੇਅਰ ਦੇ ਨਾਲ ਜਾਸੂਸੀ ਕਰਨ ਦੇ ਇਲਜ਼ਾਮ ਦੇਸ਼ ਦੀ ਸੱਤਾਧਾਰੀ ਧਿਰ ਬੀਜੇਪੀ ਤੇ ਲੱਗੇ ਨੇ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਬੀਜੇਪੀ ਨੂੰ ਘੇਰ ਵੀ ਰਹੀਆਂ ਨੇ। ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਲੱਗ ਰਹੇ ਨੇ। ਅਸੀਂ ਇਹਨਾਂ ਤਮਾਮ ਚੀਜ਼ਾਂ ਤੇ ਗੱਲਬਾਤ ਕਰਾਂਗੇ। ਮੇਰੇ ਨਾਲ जुड़े हुए ने विनोद भारती जी, ਸਕੱਤਰ ने पंजाब कांग्रेस के। स्वागत है भारती जी। कमलजीत सिंह सोई स्पोक्स पर्सन ने नैशनल किसान सेल बीजेपी के। सोई सब स्वागत बहुत बहुत। परमबीर सिंह सनी नैशनल स्पोक्स पर्सन ने श्रोमणी अकाली दल के। बहुत बहुत स्वागत जी। तो सोई साहब सब तो पहला तुहानू पुछांगी कि सब की है। देखो पहली गल तो की हुंदा है कि जो भी हिंदुस्तान दे विच ना कोई इशू खड़ा हुंदा ते इन्हां ने ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਪੋਜੀਸ਼ਨ ਖਾਸ ਤੌਰ ਤੇ ਕਾਂਗਰਸ ਜਿਹੜੀ ਕਿ ਡਿਮਿਨਿਸ਼ ਹੋ ਚੁੱਕੀ ਹੈ ਟੂ ਲੈਸ ਦੈਨ 50 ਨੰਬਰਸ ਇਨ ਦ ਪਾਰਲੀਮੈਂਟ ਇਹਨਾਂ ਨੇ ਇਸ਼ੂ ਖੜਾ ਕਰਨਾ ਕਿ ਦੀ ਰੂਲਿੰਗ ਪਾਰਟੀ ਕਰਾ ਰਹੀ ਹੈ। ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਜਦੋਂ ਪੋਖਰਾਨ ਹੋਇਆ ਸੀ ਵਾਜਪਾਈ ਸਾਹਿਬ ਸੀਗੇ ਪ੍ਰਧਾਨ ਮੰਤਰੀ ਉਦੋਂ ਵੀ ਇਹਨਾਂ ਨੇ ਕੁਐਸਚਨ ਉਠਾਏ। ਜਦੋਂ ਹਿੰਦੁਸਤਾਨ ਨੇ ਬਾਲਾਕੋਟ ਚ ਪਾਕਿਸਤਾਨ ਦੇ ਉੱਪਰ ਜਾ ਕੇ ਅਟੈਕ ਕੀਤਾ ਉਦੋਂ ਵੀ ਇਹਨਾਂ ਨੇ ਕੁਐਸਚਨ ਉਠਾਏ। ਜਦੋਂ ਪੁਲਵਾਮਾ ਹੋਇਆ ਇਹਨਾਂ ਨੇ ਦੇਸ਼ ਦੇ ਉੱਪਰ ਇਲਜ਼ਾਮ ਲਗਾਏ ਕਿ ਇਹਨਾਂ ਨੇ ਆਪ ਕਰਾਇਆ। ਦੇਖੋ ਆ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੂੰ ਮੋਦੀ ਫੋਬੀਆ ਹੋ ਗਿਆ ਹੈ ਤੇ ਆ ਮੋਦੀ ਦੇ ਉੱਪਰ ਇਲਜ਼ਾਮ ਲਾਉਣ ਤੋਂ ਹਮੇਸ਼ਾ ਹੀ ਕੋਸ਼ਿਸ਼ ਕਰਦੀਆਂ ਨੇ ਕਿ ਇਲਜ਼ਾਮ ਲਗਾਏ ਜਾਣ ਤੇ ਦੇਸ਼ ਦੀ ਜਿਹੜੀ ਇੱਜ਼ਤ ਹੈਗੀ ਹੈ ਵਰਲਡ ਦੇ ਵਿੱਚ ਉਹਨੂੰ ਘਟਾਇਆ ਜਾਵੇ। ਤੇ ਆ ਵੀ ਇੱਕ ਇਹਨਾਂ ਦਾ ਐਫਰਟ ਹੈਗੀ ਹੈ ਕਿ ਦੇਸ਼ ਦੀ ਇੱਜ਼ਤ ਘਟਾਉਣ ਦੇ ਪਿੱਛੇ ਇਹਨਾਂ ਨੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਇਹਨਾਂ ਨੇ ਤੁਸੀਂ ਦੇਖੋ ਬੋਫਰਸ ਘੁਟਾਲਾ ਕੀਤਾ, ਇਹਨਾਂ ਨੇ ਇੰਨੇ ਘੁਟਾਲੇ ਕੀਤੇ ਜਿੱਥੇ ਦੇਸ਼ ਦਾ ਨਾਮ ਬਦਨਾਮ ਹੋਇਆ, ਦੇਸ਼ ਦੀ ਇੱਜ਼ਤ ਖਤਮ ਹੋਈ। ਕੋਈ ਕੰਮ ਜਿਹੜੇ ਨੇ ਹੁਣ ਇਹਨਾਂ ਨੇ ਫਿਰ ਸ਼ੁਰੂ ਕਰਤੇ। ਆਪੋਜੀਸ਼ਨ ਚ ਆ ਕੇ ਇਹਨਾਂ ਨੂੰ ਸ਼ਰਮ ਚਾਹੀਦੀ ਸੀਗੀ ਕਿ ਸ਼ਾਇਦ ਆ ਸੁਧਰ ਜਾਂਦੇ, ਲੇਕਿਨ ਕਾਂਗਰਸ ਪਾਰਟੀ ਜਿਹੜੀ ਹੈ ਕਰਪਸ਼ਨ ਦੀ ਜਨਨੀ ਹੈ, ਜਿਹੜੀ ਜਿਨ੍ਹਾਂ ਨੇ ਦੇਸ਼ ਦਾ ਬਰਬਾਦ ਕਰ ਛੱਡਿਆ ਹੈ, ਉਹ ਦੇਸ਼ ਦੇ ਪਿੱਛੇ ਛੱਡਦੀ ਨਹੀਂ ਹੈ। ਇਹਨਾਂ ਨੇ ਤੇ ਇਲਜ਼ਾਮ ਲਗਾਏ ਜਾਣੇ ਹੈ ਲੇਕਿਨ ਇਹਦੇ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਇਹਦੇ ਚ ਕੋਈ ਸੱਚਾਈ ਨਹੀਂ ਹੈਗੀ। ਤੇ ਮੈਨੂੰ ਲੱਗਦਾ ਹੈ ਕਿ ਪਾਣੀ ਦਾ ਪਾਣੀ ਹੋ ਜਾਏਗਾ ਐਂਡ ਟਰੂਥ ਵਿਲ ਪ੍ਰਵੇਲ। ਆ ਸਾਰੇ ਜਿਹੜੇ ਮੀਡੀਆ ਜਿਹੜਾ ਇਕੱਠੇ ਹੋ ਕੇ ਨਾ ਕਿ ਸਾਰੇ ਬੰਦੇ ਇਕੱਠੇ ਹੋ ਗਏ ਤੇ ਇੱਕ ਇਮਾਨਦਾਰ ਆਦਮੀ ਨੂੰ ਦੱਬਣ ਨੂੰ ਫਿਰਦੇ ਹੈ। ਲੇਕਿਨ ਉਹ ਹਿੰਦੁਸਤਾਨ ਦੀ ਸੱਚਾਈ ਹੈਗੀ ਹੈ ਕਿ ਹਿੰਦੁਸਤਾਨ ਦੀ 135 ਕਰੋੜ ਜਨਤਾ ਜਾਣਦੀ ਹੈ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਦੇਸ਼ ਨੂੰ ਜਿੱਥੇ ਅਮਰੀਕਾ ਦੇ ਵਰਗੇ ਦੇਸ਼ਾਂ ਨੇ, ਯੂਰਪ ਨੇ ਹਿੰਦੁਸਤਾਨ ਦਾ ਲੋਹਾ ਮੰਨਿਆ। ਤੁਸੀਂ ਦੇਖੋ ਇਹਨਾਂ ਨੇ ਵੈਕਸੀਨ ਨੂੰ ਨਹੀਂ ਛੱਡਿਆ। ਇਹਨਾਂ ਨੇ ਕਰੋਨਾ ਟਾਈਮ ਜਦੋਂ ਵੈਕਸੀਨ ਆਇਆ ਇਹਨਾਂ ਨੇ ਰੋਲਾ ਪਾਇਆ ਕਿ ਜੀ ਵੈਕਸੀਨ ਚ ਜੇ ਹੋ ਗਿਆ, ਵੈਕਸੀਨ ਚ ਉਹ ਹੋ ਗਿਆ। ਇਹਨਾਂ ਤੇ ਯਕੀਨ ਕਰਨਾ ਬੰਦ ਕਰ ਦਿਓ। ਆ ਸਭ ਝੂਠ ਦਾ ਪੁਲਿੰਦਾ ਹੈਗੇ ਨੇ ਐਂਡ ਆਈ ਐਮ ਸ਼ੋਰ ਦੇ ਵਿਲ ਬੀ ਐਕਸਪੋਜ਼ਡ ਵੈਰੀ ਵੈਰੀ ਸੂਨ। ਸੋ ਲੈਟਸ ਹੋਪ ਫॉर द बेस्ट ਐਂਡ ਕੀ ਕਹੋਗੇ ਤੁਸੀਂ? ਕੰਟਰੀ ਇਜ਼ ਇਨ ਸੇਫ ਹੈਂਡਸ, ਲੈਟ ਮੀ ਵੈਰੀ ਫ੍ਰੈਂਕਲੀ। ਭਾਰਤੀ ਜੀ ਕੀ ਕਹੋਗੇ ਤੁਸੀਂ? ਨਾਲ ਸੁਣ ਰਿਹਾ ਸੀ। ਹਾਂਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਤੁਹਾਡੀ ਆਵਾਜ਼। ਇੱਧਰ ਫੋਟੋ ਚਲੀ ਗਈ ਮੈਂ ਕੰਮ ਤੇ। ਹਾਂਜੀ ਮੈਂ ਸੁਣ ਰਿਹਾ ਸੀਗਾ ਥੋੜਾ ਕਿਉਂਕਿ ਬੀਜੇਪੀ ਦੇ ਪ੍ਰਵਕਤਾ ਨੇ ਤਾਂ ਇਹਨਾਂ ਦਾ ਫਰਜ਼ ਵੀ ਬਣਦਾ ਹੈ ਕਿ ਆਪਣੀ ਬੇਈਮਾਨ ਨੂੰ ਇਮਾਨਦਾਰ ਕਹਿਣ। ਮੈਂ ਇਹ ਕਹਿ ਰਿਹਾ ਸੀ ਕਿ ਇਹ ਕਹਿੰਦੇ ਨੇ ਵੀ ਹਿੰਦੁਸਤਾਨ ਦੀ ਜਿਹੜੀ ਆਪੋਜੀਸ਼ਨ ਹੈ ਇਹਨਾਂ ਨੂੰ ਕੁਝ ਮੰਨਣਾ ਚਾਹੀਦਾ ਹੈ। ਚਲੋ ਇਹ ਕਹਿੰਦੇ ਹਿੰਦੁਸਤਾਨ ਦੀ ਆਪੋਜੀਸ਼ਨ ਨੂੰ ਕੋਈ ਬਹਾਨਾ ਚਾਹੀਦਾ ਹੈ। ਜਿਹੜੇ ਬਾਕੀ ਔਰ ਇਹਨਾਂ ਨੇ ਐਨਐਫਓ ਕੰਪਨੀ ਨੇ ਕਿਹਾ ਕਿ ਅਸੀਂ ਇਹ ਜਿਹੜੀ ਪੋਲਿਟਿਕ ਹੈ ਤੇ ਸਿਰਫ ਦੇਣਾ ਤਾਂ ਕਿਸੇ ਨੂੰ ਸਿਰਫ ਔਰ ਸਿਰਫ ਸਰਕਾਰਾਂ ਨੂੰ ਦੇਣਾ। ਕਿਉਂਕਿ ਫੀਸ $80 ਮਿਲੀਅਨ ਦਾ ਹੈ ਉਹ ਕੌਣ ਰਹੇਗਾ? ਠੀਕ ਹੈ ਜੀ। ਜਾਂ ਸਰਕਾਰ ਕਿਹਨੇ ਦਿੱਤੇ ਹੈ ਉਹਨਾਂ ਨੂੰ ਫੜ ਕੇ ਉਹ ਕਾਰਵਾਈ ਕਰੇ। ਇਹਦਾ ਮਤਲਬ ਹੈ ਕਿ ਹਿੰਦੁਸਤਾਨ ਦੀ ਸਰਕਾਰ ਦੇਸ਼ ਦੀ ਸਿਕਿਉਰਿਟੀ ਨਾਲ, ਦੇਸ਼ ਦੇ ਅਸਪਤ ਨਾਲ ਕੰਪਰੋਮਾਈਜ਼ ਕਰ ਰਹੀ ਆਪਣੇ ਸਵਾਰਥ ਸਿੱਧੀ ਵਾਸਤੇ। ਠੀਕ ਹੈ ਠੀਕ ਹੈ ਭਾਰਤੀ ਜੀ, ਮੈਂ ਤੁਹਾਡੇ ਵੱਲੋਂ ਨੇ ਸੋਈ ਸਾਹਿਬ ਇਲਜ਼ਾਮ ਨੇ ਕਿ ਦੇਸ਼ ਦੀ ਸਿਕਿਉਰਿਟੀ ਦੇ ਨਾਲ ਕੰਪਰੋਮਾਈਜ਼ ਕੀਤਾ ਜਾਂਦਾ। ਤੁਹਾਡੇ ਤੋਂ ਇਸ ਦਾ ਜਵਾਬ ਲਵਾਂਗੀ ਪਰ ਉਸ ਤੋਂ ਪਹਿਲਾਂ ਮੈਂ ਪਰਮਬੀਰ ਜੀ ਦਾ ਰਿਐਕਸ਼ਨ ਵੀ ਜਾਨਣਾ ਚਾਹੂੰਗੀ। ਹਾਂ ਸੋਈ ਸਾਹਿਬ, ਹਾਂ ਮੈਂ ਤਾਂ ਜਦੋਂ ਅਸੀਂ ਨਿਊਕਲੀਅਰ ਐਟਮ ਬੰਬ ਚੈੱਕ ਕੀਤਾ ਸੀਗਾ ਉਦੋਂ ਇਹਨਾਂ ਨੇ ਸਵਾਲ ਚੁੱਕੇ ਸੀ ਵਾਜਪਾਈ ਸਾਹਿਬ ਤੇ ਸਵਾਲ ਚੁੱਕੇ ਸੀ। ਆਹ ਉਹ ਪਾਰਟੀ ਹੈ ਜਿਹੜੀ ਬੋਫਰਸ ਘੁਟਾਲੇ ਦੇ ਵਿੱਚ ਸ਼ਾਮਿਲ ਹੈਗੀ ਹੈ। ਆਹ ਉਹ ਪਾਰਟੀ ਹੈ ਜਿਨ੍ਹਾਂ ਨੇ ਦੇਸ਼ ਦਾ ਛੱਡਿਆ ਹੀ ਕੱਖ ਨਹੀਂ, ਦੇਸ਼ ਨੂੰ ਗਰੀਬ ਤੋਂ ਵੀ ਥੱਲੇ ਲੈ ਕੇ ਆ ਜਾਂਦਾ ਹੈਗਾ। ਆਹ ਉਹ ਪਾਰਟੀ ਹੈ ਜਿਹਨੂੰ
ਇੱਕ ਛੋਟਾ ਮੋਟਾ ਦੇਸ਼ ਵੀ ਚੈਲੰਜ ਕਰਦਾ ਹੁੰਦਾ ਸੀਗਾ। ਅੱਜ ਹਿੰਦੁਸਤਾਨ ਦੀ ਜਿਹੜੀ ਤਾਕਤ ਹੈਗੀ ਹੈ ਵਰਲਡ ਦੇ ਵਿੱਚ ਐਡੀ ਵਧੀਆ ਹੈ, ਇਹਨਾਂ ਦੇ ਤੇ ਤੁਹਾਨੂੰ ਦੱਸਿਆ ਇਹਨਾਂ ਦੇ ਤੇ ਪੱਲੇ ਕੁਝ ਹੈ ਨਹੀਂ ਇਸ ਵਕਤ। ਸੋ ਸਭ ਪਲੀਜ਼ ਸਵਾਲ ਅੱਜ ਇਗਨੋਰ ਇਹ ਨਹੀਂ them। ਹੈ ਕਿ ਹਿੰਦੁਸਤਾਨ ਦੀ ਤਾਕਤ ਕਿੱਥੇ ਖੜੀ ਹੈ, ਸਵਾਲ ਅੱਜ ਇਹ ਨਹੀਂ ਹੈ। ਸਵਾਲ ਮੁੱਦਾ ਅੱਜ ਇਹ ਹੈ ਕਿ ਜਾਸੂਸੀ ਹੈ ਜਿਹੜੀ ਉਸਦੇ ਇਲਜ਼ਾਮ ਲੱਗ ਰਹੇ ਨੇ ਸੱਤਾਧਾਰੀ ਬੀਜੇਪੀ ਦੇ ਉੱਪਰ। ਸਵਾਲ ਅੱਜ ਦਾ ਮੁੱਦਾ ਆਪਣਾ ਇਹ ਹੈ। ਮੈਂ ਤੁਹਾਡੇ ਕੋਲ 1 ਮਿੰਟ ਵਾਪਸ ਆਨੀ ਹੈ। ਮੈਂ ਪਹਿਲਾਂ ਪਰਮਵੀਰ ਜੀ ਤੋਂ ਰਿਐਕਸ਼ਨ ਵੀ ਜਾਨਣਾ ਚਾਹੂੰਗੀ। ਮੈਮ ਜਿਹੜਾ ਅੱਜ ਦਾ ਮੁੱਦਾ ਤੁਸੀਂ ਬਿਲਕੁਲ ਸਹੀ ਕਿਹਾ ਵੀ ਜਿਹੜਾ ਮੁੱਦਾ ਹੈ ਕਨਸਪੀਰੇਸੀ ਦਾ ਹੈ, ਵੀ ਜਿਹੜਾ ਸਪਾਈਂਗ ਦਾ ਇੱਕ ਬੜਾ ਮੁੱਦਾ ਆ ਅੱਜ ਹਰੇਕ ਨਿਊਜ਼ਪੇਪਰ ਟੀਵੀ ਚੈਨਲ ਤੇ ਹੈ। ਜਿਹੜੀਆਂ ਦੋਨੋਂ ਪਾਰਟੀਆਂ, ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਇਹ ਸਿਰਫ ਚਾਹੇ ਕਾਂਗਰਸ ਹੈ ਚਾਹੇ ਬੀਜੇਪੀ ਹੈ, ਜਿਹੜੇ ਸਾਡੇ ਅੱਜ ਦੇ ਮੁੱਦੇ ਨੇ ਇਹ ਉਹਨਾਂ ਨੂੰ ਇੱਕ ਡਾਇਵਰਟ ਕਰਨ ਲਈ ਇੱਕ ਨਵਾਂ ਜਿਹਾ ਪੋਲੀਟੀਕਲ ਸਟੰਟ ਹੈ। ਕਾਂਗਰਸ ਆਰੋਪ ਲਗਾ ਰਹੀ ਹੈ ਵੀ ਜੀ ਬੀਜੇਪੀ ਸਾਡੇ ਤੇ ਸਪਾਈ ਕਰ ਰਹੇ ਹਨ। ਕਾਂਗਰਸ ਦੇ ਪ੍ਰਵਕਤਾ ਬੈਠੇ ਨੇ, ਅਗਰ ਤੁਸੀਂ ਟਾਈਮਸ ਆਫ ਇੰਡੀਆ ਦੇ ਨਿਊਜ਼ਪੇਪਰ ਪੜ੍ਹੋ ਤਾਂ 1980 ਦੇ ਵਿੱਚ ਜਿਹੜੇ ਇਹਨਾਂ ਦੇ ਆਪ ਦੇ ਪ੍ਰੈਜ਼ੀਡੈਂਟ ਸੀ ਗਿਆਨੀ ਜੈਲ ਸਿੰਘ, ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਮੈਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਗੱਲ ਕਰਦੇ ਡਰ ਲੱਗਦਾ, ਵੀ ਮੈਨੂੰ ਇਹ ਲੱਗਦਾ ਵੀ ਮੇਰੇ ਤੇ ਸਪਾਈ ਹੋ ਰਿਹਾ ਤੇ ਬਗਸ ਮੇਰੇ ਰੂਮਸ ਦੇ ਵਿੱਚ ਫਿੱਟ ਕੀਤੇ ਗਏ ਨੇ। 1988 ਦੇ ਵਿੱਚ ਰਾਮਾ ਕ੍ਰਿਸ਼ਨਨ ਹੇਗੜੇ ਦੀ ਗਵਰਨਮੈਂਟ ਸੀ ਜਿਹੜੀ ਸੈਂਟਰਲ ਦੇ ਵਿੱਚ, ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਵੀ ਫੋਨ ਟੈਪਿੰਗ ਦਾ ਇੰਨਾ ਮੁੱਦਾ ਉੱਠਿਆ ਸੀ ਤੇ ਉਸ ਫੋਨ ਟੈਪਿੰਗ ਕਰਕੇ ਇਹਨਾਂ ਨੇ ਗਵਰਨਮੈਂਟ ਉਹਨਾਂ ਦੀ ਗਿਰਾਤੀ ਸੀ। 2006 ਦੇ ਵਿੱਚ ਸਮਾਜਵਾਦੀ ਪਾਰਟੀ ਦੇ ਅਗਰ ਤੁਸੀਂ ਲੀਡਰ ਅਮਰ ਸਿੰਘ ਨੇ, ਉਹਨਾਂ ਨੇ ਕਾਂਗਰਸ ਦੀ ਸਰਕਾਰ ਤੇ ਐਲੀਗੇਸ਼ਨ ਲਗਾਇਆ ਸੀ ਜੀ ਵੀ ਮੇਰੇ ਫੋਨ ਟੈਪ ਹੋ ਰਹੇ ਨੇ। ਤੁਸੀਂ ਦੂਰ ਕੀ ਜਾਣਾ, ਅਗਰ ਤੁਸੀਂ ਕੱਲ ਪਰਸੋਂ ਦਾ ਨਿਊਜ਼ਪੇਪਰ ਪੜ੍ਹੋ ਤਾਂ ਰਾਜਸਥਾਨ ਦੇ ਵਿੱਚ ਕਾਂਗਰਸ ਦੇ ਜਿਹੜੇ ਆਪਣੇ ਐਮਐਲਏ ਨੇ ਵੇਦ ਪ੍ਰਕਾਸ਼ ਸੋਲੰਕੀ ਜੀ, ਉਹਨਾਂ ਨੇ ਆਪਣੀ ਪਾਰਟੀ ਦੇ ਸੀਐਮ ਤੇ ਐਲੀਗੇਸ਼ਨ ਲਗਾਤਾ ਜੀ ਵੀ ਮੈਂ ਸਚਿਨ ਪਾਇਲਟ ਗਰੁੱਪ ਦਾ ਤੇ ਮੇਰਾ ਫੋਨ ਟੈਪ ਹੋ ਰਿਹਾ। ਮੈਂ ਨਾ ਬੀਜੇਪੀ ਦੀ ਸਪੋਰਟ ਕਰ ਰਿਹਾ ਨਾ ਕਾਂਗਰਸ ਦੀ ਕਰ ਰਿਹਾ। ਮੇਰੇ ਬੀਜੇਪੀ ਦੇ ਪ੍ਰਵਕਤਾ ਕਹਿ ਰਹੇ ਨੇ ਜੀ ਵੀ ਹਿੰਦੁਸਤਾਨ ਇਸ ਵੇਲੇ ਤਾਕਤ ਏਦਾਂ ਇਹ ਗੱਲਾਂ ਕਹਿੰਦੀਆਂ ਨਹੀਂ। ਜਦੋਂ ਤੁਹਾਡੇ ਆਪ ਦੇ ਦੇਸ਼ ਦੇ ਵਿੱਚ ਲੋਕ ਰੋ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਰੋ ਰਹੇ ਨੇ, ਮਰ ਰਹੇ ਨੇ, ਤੇ ਤੁਸੀਂ ਦੇਸ਼ ਦੀ ਤਾਕਤ ਬਾਹਰ ਤੁਸੀਂ ਗਲੋਰੀ ਕੀ ਕਰਨੀ ਹੈ? ਤੁਸੀਂ ਇੰਟਰਨੈਸ਼ਨਲ ਮੀਡੀਆ ਨੇ ਕਿੰਨਾ ਹਿੰਦੁਸਤਾਨ ਦੇ ਇਸ ਮੁੱਦੇ ਦੇ ਉੱਪਰ, ਹਿਊਮਨ ਰਾਈਟਸ ਦੇ ਉੱਪਰ ਕੀਤਾ, ਉਹ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਆਪਾਂ ਇਹ ਗੱਲਾਂ ਨਾ ਕਰੀਏ ਵੀ ਗਲੋਰੀ, ਸਾਨੂੰ ਮਾਣ ਹੈ, ਗਲੋਰੀ ਜਿਹੜੀ ਹਿੰਦੁਸਤਾਨ ਦੀ ਹੈ ਉਹਦੀ ਸੈਨਾ ਦੇ ਸਿਰ ਤੇ ਹੈ। ਕਿਸੇ ਪੋਲੀਟੀਕਲ ਲੀਡਰ ਜਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਇਹ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਵੀ ਇੰਡੀਆ ਦੀ ਜਿਹੜੀ ਗਲੋਰੀ ਹੈ ਉਹ ਕੌਣ ਹੈ। ਨਾ ਕਾਂਗਰਸ ਮੈਨੂੰ ਦੱਸਣ ਬੀਜੇਪੀ ਦੇ ਕਿੰਨੇ ਪ੍ਰਵਕਤਾ ਜਾਂ ਕਿੰਨੇ ਵਰਕਰ ਨੇ ਜਿਹੜੇ ਬਾਰਡਰ ਤੇ ਜਾ ਕੇ ਲੜਦੇ ਨੇ, ਕਾਂਗਰਸ ਦੇ ਕਿੰਨੇ ਲੀਡਰ ਨੇ ਜਿਹੜੇ ਬਾਰਡਰ ਤੇ ਜਾ ਕੇ ਲੜਦੇ ਨੇ। ਇਸ ਕਰਕੇ ਅਗਰ ਜੇ ਆਪਾਂ ਇਹ ਕਹੀਏ ਵੀ ਮਿਲਟਰੀ ਦਾ ਜਿਹੜਾ ਸਾਰਾ ਸ਼ੌਰਯ ਹੈ ਅਸੀਂ ਆਪਣੇ ਲੀਡਰਸ ਨੂੰ ਦਈਏ, ਉਹ ਬਿਲਕੁਲ ਗਲਤ ਹੈ। ਮੈਂ ਇਹਦੇ ਬਿਲਕੁਲ ਖਿਲਾਫ ਹਾਂ। ਜੋ ਅੱਜ ਦਾ ਮੁੱਦਾ ਇਹ ਹੈ ਵੀ ਸਪਾਈ। ਹਾਂ, ਮੈਂ ਇਹ ਕਹਿੰਦਾ ਵੀ ਦੋਨੋਂ ਪਾਰਟੀਆਂ ਤੇ ਐਲੀਗੇਸ਼ਨ ਹੈ, ਪਰ ਕਾਂਗਰਸ ਨੂੰ ਅੱਜ ਸੇਕ ਤਾਂ ਲੱਗਿਆ ਕਿਉਂਕਿ ਜਦ ਜੋ ਸਿਸਟਮ ਕਾਂਗਰਸ ਪਿਛਲੇ 70 ਸਾਲਾਂ ਚ ਦੂਜੀਆਂ ਪੋਲੀਟੀਕਲ ਪਾਰਟੀਆਂ ਨਾਲ ਕਰਦੀ ਰਹੀ ਹੈ, ਅੱਜ ਉਹਦੇ ਨਾਲ ਹੋ ਰਿਹਾ ਤੇ ਅੱਜ ਉਹਨੂੰ ਸੇਕ ਲੱਗ ਰਿਹਾ। ਇਹ ਜਿਹੜਾ ਸਪਾਈ ਦਾ ਹੈਗਾ ਮੁੱਦਾ, ਇਹ ਪਹਿਲਾਂ ਵੀ ਚੱਲਦਾ ਰਿਹਾ, 1980 ਤੋਂ ਸ਼ੁਰੂ ਹੋਇਆ ਹੈ, ਕੋਈ ਨਵੀਂ ਗੱਲ ਨਹੀਂ ਹੈ। ਬਸ ਇਹ ਹੈ ਵੀ ਹੁਣ ਪਾਰਲੀਮੈਂਟਰੀ ਸੈਸ਼ਨ ਚੱਲ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਨਾਲ ਦੀਆਂ ਪਾਰਟੀਆਂ ਨੇ ਜਿਹੜੀਆਂ ਕਿਸਾਨਾਂ ਦਾ ਉੱਥੇ ਹਮਾਇਤ ਕਰ ਰਹੇ ਨੇ, ਬੀਜੇਪੀ ਦੇ ਉਲਟ ਉੱਥੇ ਕਰ ਰਹੇ ਨੇ ਵੀ ਇਹ ਰੂਲਸ ਵਾਪਸ ਹੋਣੇ ਚਾਹੀਦੇ, ਤਿੰਨੋਂ ਲਾਅ ਵਾਪਸ ਹੋਣੇ ਚਾਹੀਦੇ ਆ। ਔਰ ਅਗਰ ਅੱਜ ਤੁਸੀਂ ਸਟੇਟਮੈਂਟ ਦੇਖੋ ਤਾਂ ਸੰਯੁਕਤ ਜਿਹੜਾ ਮੋਰਚਾ, ਕਿਸਾਨ ਮੋਰਚਾ, ਉਹਨਾਂ ਨੇ ਕਲੀਅਰਲੀ ਕਾਂਗਰਸ ਨੂੰ ਕਿਹਾ ਵੀ ਤੁਸੀਂ ਡਬਲ ਫੇਸਡ ਗੇਮ ਕਰ ਰਹੇ ਹੋ। ਸਿਰਫ ਇਹ ਜਿਹੜਾ ਕਿਸਾਨ ਦਾ ਜਿਹੜਾ ਅੱਜ ਮੁੱਦਾ ਚੱਲ ਰਿਹਾ ਹੈ ਉਹਨੂੰ ਡਾਇਵਰਟ ਕਰਨ ਲਈ ਇਹ ਇਦਾਂ ਦੀ ਪੋਲੀਟੀਕਲ ਸਟੰਟ ਮੈਂ ਇਹਨੂੰ ਕਹਾਂਗਾ। ਕਿਉਂ ਕਾਂਗਰਸ ਤੇ ਜਦੋਂ ਐਲੀਗੇਸ਼ਨ ਲੱਗੇ ਸੀ 1980 ਦੇ ਵਿੱਚ, 2006 ਦੇ ਵਿੱਚ, ਉਦੋਂ ਕਾਂਗਰਸ ਸੁੱਤੀ ਪਈ ਸੀ। ਇਹ ਦੱਸਣ ਵੀ ਉਦੋਂ ਕਿਹੜੀ ਏਜੰਸੀ ਨੇ ਇਹਨਾਂ ਨੂੰ ਡਿਵਾਈਸਿਸ ਦਿੱਤੇ ਸੀ। ਅੱਜ ਇਹ ਬੀਜੇਪੀ ਨੂੰ ਕਹਿ ਰਹੇ ਆ। ਇਹ ਐਕਚੁਅਲੀ ਕੀ ਹੈ ਜੀ, ਇਹ ਜੋ ਹੋਇਆ ਉਹ ਅੱਜ ਇਹਨਾਂ ਦੇ ਸਾਹਮਣੇ ਆ ਰਿਹਾ ਹੈ। ਇਸ ਕਰਕੇ ਇਹ ਕਹਿਣਾ ਜੀ ਵੀ ਇਹਨਾਂ ਨੇ ਕੀਤਾ। ਮੇਰਾ ਇੱਥੇ ਤੁਹਾਨੂੰ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਬੀਜੇਪੀ ਔਰ ਕਾਂਗਰਸ ਨੂੰ ਕਹਿ ਰਹੇ ਹੋ, ਬੀਜੇਪੀ ਤੇ ਹੁਣ ਇਲਜ਼ਾਮ ਲੱਗ ਰਹੇ ਨੇ, ਕਾਂਗਰਸ ਤੇ ਪਹਿਲਾਂ ਲੱਗ ਰਹੇ ਨੇ, ਤੁਸੀਂ ਉਹਨਾਂ ਨੂੰ ਡਿਸਕ੍ਰਿਮੀਨੇਟ ਕਰ ਰਹੇ ਹੋ, ਪਰ ਇੱਥੇ ਸਵਾਲ ਹੈ ਕਿ ਇਲੈਕਸ਼ਨ 'ਚ ਕੁਝ ਸਮਾਂ ਤੇ ਉਸ ਤੋਂ ਥੋੜਾ ਸਮਾਂ ਪਹਿਲਾਂ ਇਹ ਮੁੱਦਾ ਕਿਉਂ ਉੱਠਦਾ ਹੈ? ਮੁੱਦਾ ਇਹ ਉੱਠਦਾ ਜੀ, ਇਹ ਇੱਕ ਪੋਲੀਟੀਕਲ ਇੱਕ ਗੇਮ ਹੈ। ਅਗਰ ਤੁਸੀਂ ਦੇਖੋ ਤਾਂ ਇੱਕ ਪ੍ਰੈਸ਼ਰਾਈਜ਼ਡ ਗੇਮ ਹੈ। ਮੇਰੇ ਖਿਆਲ ਨਾਲ ਅਗਰ ਮੇਰਾ ਤੁਹਾਡਾ ਕਿਸੇ ਵੀ ਆਮ ਇਨਸਾਨ ਦਾ ਜਿਹਨੇ ਕੋਈ ਗਲਤ ਕੰਮ ਨਹੀਂ ਕਰਨਾ, ਉਹਦਾ ਫੋਨ ਟੈਪਿੰਗ ਤੇ ਲਾ ਦੋ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ। ਵੀ ਆਰ ਨਾਟ ਇਨਟੂ ਕਰਪਸ਼ਨ। ਅਸੀਂ ਲੋਕ ਭਲਾਈ ਦਾ ਕੰਮ ਕਰ ਰਹੇ ਹਾਂ। ਸਾਡਾ ਫੋਨ ਜਿੱਥੇ ਮਰਜ਼ੀ ਟੈਪ ਕਰ ਲਓ। ਜਿਹੜੇ ਬੰਦੇ ਦੇ ਦਿਲ 'ਚ ਚੋਰ ਹੈ, ਜਿਹਨੇ ਕਰਪਸ਼ਨ ਕਰਨੀ ਹੈ, ਜਿਹਨੇ ਹੋਰ ਕੋਈ
ਸੌਰੀ ਟੂ ਸੇ ਮੈਂ ਵਰਡ ਯੂਜ਼ ਕਰ ਰਿਹਾ, ਜਿਹਨੇ 2 ਨੰਬਰ ਦਾ ਕੰਮ ਕਰਨਾ ਉਹਨੂੰ ਤਾਂ ਡਰ ਹੋਏਗਾ। ਅਗਰ ਇਹ ਲੋਕ ਭਲਾਈ ਦਾ ਕੰਮ ਕਰਦੇ ਆ, ਆਪਣੇ ਆਪ ਨੂੰ ਲੋਕ ਸੇਵਕ ਕਹਿੰਦੇ ਆ, ਵਾਈ ਦੇ ਆਰ ਅਫਰੇਡ ਆਫ ਫੋਨ ਟੈਪਿੰਗ? ਠੀਕ ਹੈ, ਦੇ ਸ਼ੁੱਡ ਕਮ ਫਾਰਵਰਡ ਵੀ ਹਾਂਜੀ ਸਾਡਾ ਫੋਨ ਤੁਸੀਂ ਟੈਪ ਕਰੋ, ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ। ਇੱਕ ਪ੍ਰੈਸ਼ਰ ਟੈਕਟਿਕਸ ਹੈ ਜੋ ਹੁਣ ਯੂਜ਼ ਹੋ ਰਹੀਆਂ ਹੈ। ਆਪਣੇ ਇਲੈਕਸ਼ਨਸ ਆਉਣ ਵਾਲੇ ਨੇ ਵਿਧਾਨ ਸਭਾ ਨੇ, ਇੱਕ ਪ੍ਰੈਸ਼ਰ ਟੈਕਟਿਕਸ ਨੇ ਵੀ ਇਸ ਪਾਰਟੀ ਤੋਂ ਤੋੜ ਕੇ ਉਸ ਲੀਡਰ ਨੂੰ ਕਿਵੇਂ ਲੈ ਕੇ ਆਣਾ ਹੈ, ਦੂਸਰੀ ਪਾਰਟੀ ਨੇ ਪ੍ਰੈਸ਼ਰ ਟੈਕਟਿਕਸ ਯੂਜ਼ ਕਰਨੀ ਹੈ ਜੀ। ਤੁਸੀਂ ਥੋੜੇ ਦਿਨ ਰੁਕ ਜਾਓ, ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋ ਜਾਏਗਾ। ਜੋ 2 ਗਰੁੱਪਸ ਬਣੇ ਹੋਏ ਨੇ, ਕੈਪਟਨ ਗਰੁੱਪ, ਸਿੱਧੂ ਗਰੁੱਪ, ਜਿਵੇਂ ਰਾਜਸਥਾਨ ਦੇ ਵਿੱਚ ਵੇਦ ਪ੍ਰਕਾਸ਼ ਸੋਲੰਕੀ ਨੇ ਕਿਹਾ। ਸੋਈ ਸਾਹਿਬ ਤੋਂ ਜਾਊਂਗੀ, ਸੋਈ ਸਾਹਿਬ ਕੀ ਵਾਕਈ ਪ੍ਰੈਸ਼ਰ ਟੈਕਟਿਕਸ ਨੇ? ਦੇਖੋ ਬੇਸਿਕ ਗੱਲ ਤੇ ਨਾ ਆ ਦੇਸ਼ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਆ ਜਿਹੜੀ ਕਾਂਗਰਸ ਪਾਰਟੀ ਤੇ ਆਪੋਜੀਸ਼ਨ ਪਾਰਟੀਆਂ ਰਲ ਕੇ ਕਰ ਰਹੀਆਂ ਨੇ। ਤੁਸੀਂ ਦੇਖੋ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣਾ ਹੈ ਤੇ ਉਸ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਆ ਗੱਲ ਜਿਹੜੀ ਸਾਹਮਣੇ ਆਣੀ, ਆ ਸਾਜ਼ਿਸ਼ ਵੱਲ, ਇੰਟਰਨੈਸ਼ਨਲ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਤੇ ਜਿਹੜਾ ਪੈਗਾਸਸ ਹੈਗਾ, ਦਿਸ ਇਜ਼ ਐਨ ਇਜ਼ਰਾਈਲੀ ਸੌਫਟਵੇਅਰ। ਹੁਣ ਇਜ਼ਰਾਈਲੀ ਸੌਫਟਵੇਅਰ ਦਾ ਹਿੰਦੁਸਤਾਨ ਦੇ ਨਾਲ ਕੀ ਲੈਣਾ ਦੇਣਾ? ਅੱਜ ਸਵੀਡਿਸ਼, ਇੱਕ ਪਹਿਲਾਂ ਤੁਹਾਨੂੰ ਪਤਾ ਹੋਣਾ ਹੈ ਕਿ ਸਵੀਡਨ ਚ ਹੋਇਆ ਸੀਗਾ ਕਿ ਸਵੀਡਿਸ਼ ਆਈ ਐਮ ਨੋਟ ਏਬਲ ਟੂ ਗੈਟ ਦ ਨੇਮ, ਉਹ ਜਿਹੜਾ ਉਹ ਸਾਰੀ ਵਰਲਡ ਦੇ ਜਿੰਨੇ ਬਿਜ਼ਨਸਮੈਨ ਨੇ, ਪੋਲੀਟੀਸ਼ੀਅਨਸ ਨੇ, ਉਹਨਾਂ ਦੀ ਸਪਾਈਂਗ ਕਰਦੇ ਸੀਗੇ। ਉਹ ਸਪਾਈਂਗ ਕਰਕੇ ਕੀ ਕਰਦੇ ਸੀਗੇ? ਉਹ ਲੋਕਾਂ ਨੂੰ ਡਾਟਾ ਵੇਚਦੇ ਸੀਗੇ। ਅੱਜ ਜਿਹੜੀ ਪਾਰਟੀ ਇਟਲੀ ਤੋਂ ਕੋਤੋਰੋਚੀ ਦੇ ਨਾਲ ਜੁੜੀ ਹੋਈ ਹੈ, ਜਿਹੜੀ ਪਾਰਟੀ ਵੱਡੀਆਂ ਕਰਪਸ਼ਨ ਕੀਤੇ, ਸਕੈਮ ਕੀਤੇ, ਉਹ ਪਾਰਟੀ ਆਪਣੇ ਆਪ ਨੂੰ ਇੱਕ ਦੇਸ਼ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਦਾ ਐਡਾ ਬੁਰਾ ਹਾਲ ਹੋਇਆ ਹੈ। ਕੋਈ ਸੀਗਾ ਨਹੀਂ। ਪਾਰਲੀਮੈਂਟ ਸੈਸ਼ਨ ਜਦੋਂ ਚਾਲੂ ਹੁੰਦਾ ਉਦੋਂ ਸਾਰੇ ਵਰਲਡ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਦੇਸ਼ ਦੇ ਉੱਪਰ ਲੱਗੀਆਂ ਹੁੰਦੀਆਂ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੰਬਰ 1 this Congress party is not to be relied upon। ਇਹਨਾਂ ਤੇ ਤਾਂ ਕੋਈ ਇੱਕ ਹਿੰਦੁਸਤਾਨ ਦੀ ਜਨਤਾ ਨੇ ਇਹਨਾਂ ਨੂੰ ਨਕਾਰਤਾ ਹੈ। ਕਿੱਥੋਂ ਇਹਨਾਂ ਨੂੰ ਲਿਆ ਕੇ ਕਿੱਥੇ ਇਹਨਾਂ ਨੂੰ ਸੁੱਟਤਾ ਹੈ। ਅੱਜ ਦੂਜੀ ਪਾਰਟੀ ਪਾਸੇ ਜਿਹੜੀ ਆ ਅਕਾਲੀ ਦਲ ਦੇ ਬੁਲਾਰੇ ਗੱਲ ਕਰ ਰਹੇ ਨੇ, ਇਹਨਾਂ ਦੀ ਗੱਲ 'ਚ ਕੋਈ ਲੌਜਿਕ ਵਾਲੀ ਗੱਲ ਕਰਦੇ ਨਹੀਂ ਪਏ ਹੈਗੇ। ਲੇਕਿਨ ਹਿੰਦੁਸਤਾਨ ਦੀ ਸਰਕਾਰ ਉਹ ਸਪਾਈਂਗ ਕਰਦੀ ਹੈ ਜਿਹਨੂੰ ਕੋਈ ਡਰ ਹੋਵੇ, ਜਿਹਨੂੰ ਕੋਈ ਡਾਊਟ ਹੋਵੇ। ਜਦੋਂ ਸਰਕਾਰ ਦੇ ਵਿੱਚ ਐਡੀ ਵੱਡੀ ਮੈਜੋਰਿਟੀ ਲੈ ਕੇ ਅਸੀਂ ਬੈਠੇ ਹਾਂ, 350 MP ਸਾਡੇ ਨਾਲ ਨੇ, ਸਾਨੂੰ ਸਪਾਈਂਗ ਕਰਨ ਦੀ ਇਹਨਾਂ ਨੂੰ ਕੀ ਜ਼ਰੂਰਤ ਹੈ? ਮਤਲਬ ਤੁਸੀਂ ਕਹਿੰਦੇ ਹੋ, ਤੁਸੀਂ ਪ੍ਰੈਸ਼ਰ ਲਈ ਕਹਿ ਰਹੇ ਹੋ ਕਿ ਅਜਿਹਾ ਨਹੀਂ ਕੀਤਾ ਗਿਆ, ਕੋਈ ਜਾਸੂਸੀ ਨਹੀਂ ਕੀਤੀ ਗਈ? ਅਸੀਂ ਬਿਲਕੁਲ ਵੀ ਤੁਹਾਡੇ ਚੈਨਲ ਤੇ ਮੈਂ ਬੜੇ ਹਿਊਮਿਲਿਟੀ ਨਾਲ ਕਹਿ ਰਿਹਾ ਹੈਗਾ ਕਿ ਬੀਜੇਪੀ ਵੱਲੋਂ, ਬੀਜੇਪੀ ਦੀ ਸਰਕਾਰ ਵੱਲੋਂ ਜਾਂ ਕਿਸੇ ਵੀ ਨੁਮਾਇੰਦੇ ਵੱਲੋਂ ਇੱਦਾਂ ਦਾ ਕੋਈ ਵੀ ਕਾਰਜ ਨਹੀਂ ਕੀਤਾ ਗਿਆ ਜਿਹੜੀ ਦੇਸ਼ ਦੀ ਸੁਰੱਖਿਆ, ਦੇਸ਼ ਦੀ ਅਖੰਡਤਾ ਤੇ ਦੇਸ਼ ਦੀ ਇੱਜ਼ਤ ਨੂੰ ਦਾਅ ਤੇ ਲਾਇਆ ਗਿਆ ਹੋਵੇ। ਪਰਮਵੀਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ। ਜੋ ਸੋਈ ਸਾਹਿਬ ਗੱਲਾਂ ਕਰ ਰਹੇ ਨੇ ਉਹਨਾਂ ਦਾ ਜਵਾਬ ਮੈਂ ਤੁਹਾਡੇ ਤੋਂ ਚਾਹੂੰਗੀ। ਮੈਂ ਸੋਈ ਸਾਹਿਬ ਦੀ ਗੱਲ ਨੂੰ ਹੀ ਕੰਟੀਨਿਊ ਕਰਾਂਗਾ। ਸੋਈ ਸਾਹਿਬ ਨੇ ਸਟਾਰਟਿੰਗ ਦੇ ਵਿੱਚ ਕਿਹਾ ਵੀ ਤੁਸੀਂ ਇਸ ਮੁੱਦੇ ਦੀ ਟਾਈਮਿੰਗ ਦੇਖੋ ਕਿ ਜਦੋਂ ਮੌਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਤੇ ਉਦੋਂ ਇਹ ਮੁੱਦਾ ਉਠਾਇਆ ਗਿਆ। ਅਗਰ ਇਹਨੂੰ ਆਪਾਂ ਇੱਕ ਕਨਸਪੀਰੇਸੀ ਦੇ ਵਿੱਚ ਦੇਖੀਏ, ਕਿਉਂਕਿ ਇਸ ਵੇਲੇ ਬੀਜੇਪੀ ਨੂੰ ਸਾਰੇ ਰਾਜਾਂ ਦੇ ਵਿੱਚ ਇੱਕ ਪ੍ਰੈਸ਼ਰ ਹੋ ਰਿਹਾ ਹੈ, ਇੱਕ ਐਜੀਟੇਸ਼ਨ ਜੋ ਵਰਲਡ ਵਾਈਡ ਐਜੀਟੇਸ਼ਨ ਬਣ ਚੁੱਕਿਆ ਹੈ, ਚਾਹੇ ਪਾਰਲੀਮੈਂਟ ਦੇ ਵਿੱਚ ਹੋਵੇ ਚਾਹੇ ਪਾਰਲੀਮੈਂਟ ਦੇ ਬਾਹਰ ਹੋਵੇ, ਉਹਨਾਂ ਨੂੰ ਕਿਸਾਨ ਐਜੀਟੇਸ਼ਨ ਫੇਸ ਕਰਨਾ ਪੈ ਰਿਹਾ ਹੈ। ਅਗਰ ਕਨਸਪੀਰੇਸੀ ਦੀ ਗੱਲ ਹੈ ਤੇ ਵਾਈ ਦੇ ਆਰ ਰਨਿੰਗ ਅਵੇ? they should come forward, ਦੱਸਣ ਲੋਕਾਂ ਨੂੰ ਵੀ ਅਸੀਂ ਕੋਈ ਕਨਸਪੀਰੇਸੀ ਨਹੀਂ ਕੀਤੀ। ਅਗਰ ਕਨਸਪੀਰੇਸੀ ਦਾ ਅਗਰ ਆਪਾਂ ਵਜ੍ਹਾ ਦੇਖੀਏ ਤਾਂ ਹਾਂ, ਕਨਸਪੀਰੇਸੀ ਦੀ ਵਜ੍ਹਾ ਵੀ ਹੋ ਸਕਦੀ ਹੈ ਕਿਉਂਕਿ ਸਾਰੀ ਬਾਕੀ ਪਾਰਟੀਆਂ ਕਾਂਗਰਸ ਨੂੰ ਛੱਡ ਕੇ ਯੂਨਾਈਟ ਹੋ ਰਹੀਆਂ, ਕਿਸਾਨ ਮੂਵਮੈਂਟ ਦੇ ਅਗੇਂਸਟ, ਬੀਜੇਪੀ ਗਵਰਨਮੈਂਟ ਦੇ ਅਗੇਂਸਟ ਯੂਨਾਈਟ ਹੋ ਰਹੀਆਂ, ਜਿਹਦਾ ਤੁਸੀਂ ਹਰ ਰੋਜ਼ ਪਾਰਲੀਮੈਂਟ ਦੇ ਵਿੱਚ ਵੀ ਤੇ ਬਾਹਰ ਵੀ ਤੁਸੀਂ ਦੇਖ ਰਹੇ ਹੋ ਵੀ ਕਿਵੇਂ ਇਹਨਾਂ ਦੇ ਅਗੇਂਸਟ ਇੱਕ ਅਪੀਲ ਕੀਤੀ ਜਾ ਰਹੀ ਹੈ ਵੀ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਤੁਸੀਂ ਵਾਪਸ ਲਿੱਤਾ ਜਾਵੇ। ਦੂਸਰੀ ਜਿਹੜੀ ਇਹ ਗੱਲ ਕਹਿ ਰਹੇ ਹੋ ਕਿ ਧਿਆਨ ਭਟਕਾਉਣ ਦੇ ਲਈ ਇਹ ਸਭ ਪ੍ਰੋਪੇਗੈਂਡਾ ਕੀਤਾ ਗਿਆ ਹੈ, ਪਰ ਪਰਮਵੀਰ ਜੀ ਤੂੰ ਉੱਥੇ ਉੱਠਦਾ ਜਿੱਥੇ ਅੱਗ ਲੱਗੀ ਹੁੰਦੀ। ਹਾਂਜੀ, ਮੈਂ ਕਹਿ ਰਿਹਾ ਵੀ ਇਹ ਕਨਸਪੀਰੇਸੀ ਵੀ ਹੋ ਸਕਦੀ ਹੈ ਕਿਉਂਕਿ ਅੱਜ ਲੋਕ ਜਾਗ ਚੁੱਕੇ ਨੇ। ਸਾਰੀਆਂ ਪਾਰਟੀਆਂ ਆਪਣੇ ਮਤਭੇਦ ਛੱਡ ਕੇ, ਕਾਂਗਰਸ ਤੋਂ ਇਲਾਵਾ, ਮੈਂ ਦੁਬਾਰਾ ਰਿਪੀਟ ਕਰ ਰਿਹਾ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ। ਇਹਨਾਂ ਨੂੰ, ਬੀਜੇਪੀ ਨੂੰ ਵੀ ਇਹ ਡਰ ਲੱਗ ਰਿਹਾ ਕਿਤੇ ਇਹ ਨਾ ਹੋਵੇ ਕਾਂਗਰਸ ਦੇ ਕਈ ਐਮਐਲਏਜ਼ ਨੇ ਉਹ ਪਾਰਟੀ ਨੂੰ ਛੱਡ ਕੇ ਤੇ ਐਜੀਟੇਸ਼ਨ ਦੇ ਵਿੱਚ ਬੀਜੇਪੀ ਦੇ ਅਗੇਂਸਟ ਆ ਕੇ ਨਾ ਖੜੇ ਹੋ ਜਾਣ। ਤਾਂ ਮੈਂ ਉਹੀ ਬਾਰ-ਬਾਰ ਇਹ ਰਿਪੀਟ ਕਰ ਰਿਹਾ ਕਿ ਪ੍ਰੈਸ਼ਰ ਟੈਕਟਿਕਸ ਹੈ ਕਿ ਤੁਸੀਂ ਜਿਹੜੀਆਂ ਤਖਤੀਆਂ ਹੱਥ ਵਿੱਚ ਕਿਸਾਨ ਮੂਵਮੈਂਟ ਨੂੰ ਸਪੋਰਟ ਨਹੀਂ ਕਰਨਾ, ਇਹ ਇੱਕ ਪ੍ਰੈਸ਼ਰ ਟੈਕਟਿਕਸ ਹੈ। ਜਿੱਥੇ ਤੁਸੀਂ ਬਿਲਕੁਲ ਗੱਲ ਸਹੀ ਕਹੀ ਵੀ ਜਿੱਥੇ ਅੱਗ ਲੱਗਦੀ ਹੈ ਉੱਥੇ ਹੀ ਧੂਆਂ ਹੁੰਦਾ ਹੈ। ਅਗਰ ਫੋਨ ਟੈਪਿੰਗ ਦੇ ਵਿੱਚ ਮੈਨੂੰ ਉਦੋਂ ਹੀ ਪਤਾ ਲੱਗੂਗਾ ਜਦੋਂ ਕੋਈ ਮੈਂ ਗੱਲ ਕਿਸੇ ਨਾਲ ਫੋਨ ਤੇ ਕਰ ਰਿਹਾ ਤੇ ਉਹ ਗੱਲ ਲੀਕ ਆਊਟ ਹੋ ਕੇ ਮੇਰੇ ਕੋਲ ਪਹੁੰਚੇਗੀ, ਤਾਂ ਹੀ ਮੈਨੂੰ ਡਰ ਹੋਏਗਾ ਵੀ ਹਾਂ ਮੇਰਾ ਫੋਨ ਟੈਪਿੰਗ ਤੇ ਹੈ।
ਕੀ ਪਤਾ ਕਾਂਗਰਸ ਦੇ ਐਮਐਲਏਸ ਦੀ ਕੋਈ ਗੱਲ ਇਦਾਂ ਦੀ ਪਤਾ ਹੋਵੇ ਜਿਹੜੀ ਰਿਪੀਟ ਹੋ ਕੇ ਬੀਜੇਪੀ ਦੇ ਥਰੂ ਕਾਂਗਰਸ ਨੂੰ ਡਰਾਉਣ ਲਈ, ਉਹਨਾਂ ਦੇ ਐਮਐਲਏਸ ਨੂੰ ਡਰਾਉਣ ਲਈ ਦੱਸੀ ਹੋਵੇ ਵੀ ਤੁਸੀਂ ਆਹ ਗੱਲ ਕਰ ਰਹੇ ਹੋ, ਤਾਂ ਹੀ ਉਹਨਾਂ ਨੇ ਕਿਹਾ ਵੀ ਸਾਡੇ ਫੋਨ ਟੈਪਸ ਹੋ ਰਹੇ ਨੇ। ਔਰ ਕਿਤੇ ਨਾ ਕਿਤੇ ਇਹ ਤੁਸੀਂ ਚਾਹੇ ਮੇਰੇ ਵੱਡੇ ਵੀਰ ਸੋਈ ਸਾਹਿਬ ਮੰਨਣ ਨਾ ਮੰਨਣ, ਬਟ ਇਹ ਇੱਕ ਪ੍ਰੈਸ਼ਰ ਟੈਕਟਿਕਸ ਹੈ, ਕਿਉਂਕਿ ਕਿਸਾਨ ਜਿਹੜਾ ਅੰਦੋਲਨ ਹੈ ਉਹ ਇੱਕ ਸੂਬੇ ਦਾ ਨਹੀਂ, ਪੂਰੇ ਹਿੰਦੁਸਤਾਨ ਦਾ ਇੱਕ ਇਹੋ ਜਿਹਾ ਐਜੀਟੇਸ਼ਨ ਬਣ ਕੇ ਰਹਿ ਗਿਆ ਵੀ ਜਿੱਥੇ ਸਰਕਾਰ ਦੀ ਦਿਨ ਰਾਤ ਦੀ ਨੀਂਦ ਉੱਡੀ ਹੋਈ ਹੈ, ਲੋਕ ਇਹਨਾਂ ਦੇ ਮਗਰ ਪਏ ਹੋਏ ਨੇ, ਸਾਰੀਆਂ ਪਾਰਟੀਆਂ ਯੂਨਾਈਟ ਹੋ ਰਹੀਆਂ। ਔਰ ਇਹ ਜਿਹੜਾ ਫਾਰਮੂਲਾ ਹੈ ਇਹ ਇੱਕ ਡਾਇਵਰਜਨ ਫਾਰਮੂਲਾ ਵੀ ਆਪਾਂ ਕਹਿ ਸਕਦੇ ਹਾਂ, ਬੇਸਿਕ ਮੁੱਦੇ ਨੂੰ ਡਾਇਵਰਟ ਕਰਨ ਲਈ, ਔਰ ਇੱਕ ਕਨਸਪੀਰੇਸੀ ਵੀ ਹੋ ਸਕਦੀ ਹੈ ਤਾਂ ਕਿ ਬਾਕੀ ਪਾਰਟੀਆਂ ਡਰ ਕੇ ਰਹਿਣ ਵੀ ਅਸੀਂ ਇਹ ਦੱਸ ਦਈਏ ਵੀ ਕਾਂਗਰਸ ਦੇ ਫੋਨ ਟੈਪ ਹੋਣੇ ਸ਼ੁਰੂ ਹੋ ਗਏ ਹੈ। ਠੀਕ ਹੈ ਸੋਨੀਆ ਜੀ, ਰਿਸਪੌਂਸਿਬਲ ਮੀਡੀਆ ਦਾ ਫਰਕ ਹੁੰਦਾ ਹੈ ਕਿ ਉਹ ਜਿਹੜੀ ਲੋਕਾਂ ਦੀ ਹੱਕ ਦੀ ਗੱਲ ਹੈ, ਲੋਕਾਂ ਦੀ ਜਿਹੜੀ ਗੱਲ ਆ ਉਹ ਪੇਸ਼ ਕੀਤੀ ਜਾਵੇ। ਮੈਂ ਕਹਿਣਾ ਚਾਹੁੰਦਾ ਕਿ ਫਾਸਟਵੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਅੱਛੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਸਾਨੂੰ ਆ ਚਾਹੀਦਾ ਹੈਗਾ ਕਿ ਇੱਕ ਜਿਹੜੀ ਇਹਦੇ ਮਗਰ ਜਿਹੜੀ ਕਨਸਪੀਰੇਸੀ ਕਾਂਗਰਸ ਦੀ ਹੈ ਉਹ ਲੋਕਾਂ ਨੂੰ ਸ਼ੋਅ ਕੀਤੀ ਜਾਵੇ। ਕਾਂਗਰਸ ਆਪਣਾ ਆਧਾਰ ਖੋ ਚੁੱਕੀ ਹੈ, ਜਿਵੇਂ ਕਿ ਜਿਵੇਂ ਕਿ ਮਾਫ ਕਰਨਾ ਇੱਥੇ ਮੈਂ ਟੋਕ ਰਹੀ ਹਾਂ, ਇਹ ਤਾਂ ਟੋਪੀ ਟ੍ਰਾਂਸਫਰ ਹੋ ਗਿਆ। ਕਾਂਗਰਸ ਇਸ ਵੇਲੇ ਸੱਤਾ ਦੇ ਵਿੱਚ ਨਹੀਂ ਹੈ, ਸੱਤਾ ਦੇ ਵਿੱਚ ਦੇਸ਼ ਦੀ ਵਾਗਡੋਰ ਬੀਜੇਪੀ ਦੇ ਹੱਥ ਦੇ ਵਿੱਚ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਇਦਾਂ ਕਰ ਰਹੇ ਨੇ ਇਦਾਂ ਕਰ ਰਹੇ ਨੇ। ਇਸ ਵੇਲੇ ਜ਼ਿੰਮੇਵਾਰੀ ਬੀਜੇਪੀ ਦੀ ਬਣਦੀ ਹੈ, ਜਵਾਬਦੇਹੀ ਬੀਜੇਪੀ ਦੀ ਇਸ ਸਭ ਨੂੰ ਲੈ ਕੇ। ਦੇਸ਼ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਦਾ ਕੀ ਫਰਕ ਪੈਂਦਾ ਹੈਗਾ ਕਿ ਦੇਸ਼ ਨੂੰ ਜਿੰਨਾ ਤੱਕ ਇਹਨਾਂ ਦੇ ਕੋਲ ਕੋਈ ਲੌਜੀਕਲ, ਕੋਈ ਇਹਨਾਂ ਕੋਲ 1% ਵੀ ਕੋਈ ਅਥੈਂਟੀਕੇਸ਼ਨ ਨਹੀਂ ਹੈ, ਦੇਸ਼ ਨੂੰ ਕਹੀ ਜਾਂਦੇ ਨੇ ਆਹ ਤੇ ਵੀ ਕਹੀ ਜਾਂਦੇ ਨੇ ਕਿ ਦੇਸ਼ ਦੀ ਸੁਪਰੀਮ ਕੋਰਟ ਜਿਹੜੀ ਹੈ ਉਹ ਵੀ ਬਾਇਸਡ ਹੈ, ਦੇਸ਼ ਦਾ ਇਲੈਕਸ਼ਨ ਕਮਿਸ਼ਨ ਬਾਇਸਡ ਹੈ। ਇਹਨਾਂ ਨੂੰ ਤੇ ਕੋਈ ਦੇਸ਼ ਚੰਗਾ ਨਹੀਂ ਲੱਗਦਾ ਹੈਗਾ। ਤੁਸੀਂ ਦੇਖੋ ਇਹਨਾਂ ਨੇ ਦੇਸ਼ ਤੋਂ ਤੇ ਬਾਹਰ ਹੋ ਹੀ ਜਾਣਾ ਹੈਗਾ। ਤੇ ਮੈਨੂੰ ਲੱਗਦਾ ਕਿ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਉਹਨਾਂ ਨੇ ਵੀ ਜਾ ਕੇ ਇਟਲੀ ਤੇ ਕਿਸੇ ਨੇ ਸਵੀਡਨ, ਕਿਸੇ ਨੇ ਆਸਟ੍ਰੇਲੀਆ ਜਾ ਕੇ ਸੈੱਟ ਹੋ ਜਾਣਾ ਹੈ। ਇਹਨਾਂ ਨੂੰ ਹਿੰਦੁਸਤਾਨ ਦੇ ਨਾਲ ਪਿਆਰ ਹੀ ਕੋਈ ਨਹੀਂ ਹੈ। ਹਿੰਦੁਸਤਾਨ ਦਾ ਜਿਹੜਾ ਪਿਆਰ ਕਰਦਾ, ਜਿਹੜਾ ਹਿੰਦੁਸਤਾਨ ਨੂੰ, ਜਿਹੜਾ ਹਿੰਦੁਸਤਾਨ ਦੇ ਨਾਲ ਜੀਣਾ ਚਾਹੁੰਦਾ ਹੈ, ਉਸ ਨੂੰ ਆਪਣੇ ਦੇਸ਼ ਦੇ ਵਾਸਤੇ, ਜਦੋਂ ਦੇਸ਼ ਦੇ ਵਾਸਤੇ ਇਦਾਂ ਦੀ ਕੋਈ ਦੇਸ਼ ਦੇ ਉੱਪਰ ਉਂਗਲੀ ਚੱਕਦਾ ਹੈ ਤੇ ਸਾਰੇ ਇਕੱਠੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਹਿੰਦੁਸਤਾਨ ਦੀ ਸਰਕਾਰ ਨੇ ਪੈਗਾਸਸ ਸੌਫਟਵੇਅਰ ਦੇ ਨਾਲ ਸੋਈ ਸਾਹਿਬ ਕਹਿੰਦੇ ਨੇ ਕਿ ਅਥੈਂਟਿਕ ਚੀਜ਼ਾਂ ਹੁੰਦੀਆਂ ਨਹੀਂ, ਕਾਂਗਰਸ ਦੇ ਕੋਲ ਅਥੈਂਟੀਕੇਸ਼ਨ ਹੈ ਹੀ ਨਹੀਂ ਕਿਸੇ ਗੱਲ ਦੀ। ਫਿਰ ਇਲਜ਼ਾਮ ਕਿਸ ਹਿਸਾਬ ਦੇ ਨਾਲ ਐਵੇਂ ਇਲਜ਼ਾਮ ਲਾਈ ਜਾਂਦੇ ਨੇ? ਹੁਣ ਦੇਖੋ ਰੋਲਾ ਪਾਉਣ ਨੂੰ ਤੇ ਇਹਨਾਂ ਕੋ ਕੋਈ। ਮੈਂ ਜਵਾਬ ਭਾਰਤੀ ਜੀ ਤੋਂ ਚਾਹਾਂਗੀ, ਇੱਕ ਸੈਕਿੰਡ ਮੈਂ ਤੁਹਾਨੂੰ ਰੋਕਣਾ ਚਾਹਾਂਗੀ। ਭਾਰਤੀ ਜੀ, ਐਕਚੁਅਲੀ ਤਾਂ ਮੈਂ ਬੀਜੇਪੀ ਦੇ ਪ੍ਰਵਕਤਾ ਨੂੰ ਵੀ ਸੁਣਿਆ, ਅਕਾਲੀ ਦਲ ਦੇ ਪ੍ਰਵਕਤਾ ਨੂੰ ਵੀ ਸੁਣਿਆ। ਉਹ ਸਾਡਾ ਅੱਜ ਦਾ ਏਜੰਡਾ ਉਹਦੇ ਸੁਣਨ ਦੀ ਬਜਾਏ ਬੀਜੇਪੀ ਦੇ ਤਾਂ ਮੈਕਸਿਮਮ ਟਾਈਮ ਵੇਸਟ ਕਰਤਾ ਤੇ ਬਹੁਤ ਹੀ ਸਫਾਈ ਨਾਲ ਪੇਸ਼ ਕਰਨੀ ਹੈ। ਠੀਕ ਹੈ ਭਾਰਤੀ ਜੀ, ਮੈਂ ਤੁਹਾਨੂੰ ਰੋਕ ਰਹੀ ਹਾਂ। ਮੈਂ ਸੋਈ ਸਾਹਿਬ ਦੇ ਨਾਲ ਗੱਲ ਕਰਾਂਗੀ। ਸੋਈ ਸਾਹਿਬ, ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ, ਸੰਸਦ ਵਿੱਚ ਵੀ ਇਸ ਨੂੰ ਲੈ ਕੇ ਖਾਸਾ ਹੰਗਾਮਾ ਹੋਇਆ। 40 ਦੇ ਕਰੀਬ ਪੱਤਰਕਾਰਾਂ ਦੀ ਜਾਸੂਸੀ ਦੇ ਇਲਜ਼ਾਮ ਲੱਗੇ। ਇੱਕ ਵੈਬ ਪੋਰਟਲ ਨੇ ਖਬਰ ਹੈ ਜਿਹੜੀ ਨਸ਼ਰ ਕੀਤੀ, ਉਸ ਤੋਂ ਬਾਅਦ ਹੰਗਾਮਾ ਹੋਣਾ ਲਾਜ਼ਮੀ ਸੀ। ਤੁਸੀਂ ਕਹਿ ਰਹੇ ਹੋ ਕਿ ਸਾਰੀ ਕਨਸਪੀਰੇਸੀ ਕੀਤੀ ਜਾ ਰਹੀ ਹੈ ਜਾਂ ਟੈਕਟਿਕਸ ਨੇ ਕਈ ਤਰ੍ਹਾਂ ਦੇ, ਪਰ ਲੋਕ ਕੀ ਸਮਝਣ? ਲੋਕ ਸੱਚ ਜਾਣਨਾ ਚਾਹੁੰਦੇ ਨੇ। ਤੁਸੀਂ ਕਹਿ ਰਹੇ ਹੋ ਕਿ ਨਹੀਂ, ਅਜਿਹਾ ਨਹੀਂ ਕਰਵਾਇਆ ਗਿਆ। ਦੂਸਰੇ ਪਾਸੇ ਜੋ ਵਿਰੋਧੀ ਧਿਰਾਂ ਨੇ ਉਹ ਕਹਿ ਰਹੀਆਂ ਨੇ ਕਿ ਅਜਿਹਾ ਕਰਵਾਇਆ ਗਿਆ ਕਿਉਂਕਿ ਜ਼ਿੰਮੇਵਾਰੀ ਹੈ ਜਿਹੜੀ ਉਹ ਬੀਜੇਪੀ ਦੀ ਬਣਦੀ ਹੈ। ਦੇਖੋ ਇਹਦੇ ਚ ਕੋਈ ਜ਼ਿੰਮੇਵਾਰੀ, ਇਹਦੇ ਚ ਕੋਈ ਗਲਤ ਗੱਲ ਨਹੀਂ ਹੈਗੀ। ਜੋ ਕਰਦੇ ਹੋ ਜ਼ਿੰਮੇਵਾਰੀ ਦੇਖੋ, ਕੋਈ ਇਹਦੇ ਦੇ ਸਬਸਟੈਂਸ ਹੁੰਦਾ ਤੇ ਆ ਕਾਂਗਰਸ ਪਾਰਟੀ ਜਿਹੜੀ ਇਲਜ਼ਾਮ ਲਾ ਰਹੀ ਹੈ ਜਾਂ ਜਿਹੜੇ ਇਹਨਾਂ ਦੇ ਮੀਡੀਆ ਦੇ ਜਿਹੜੇ ਮੀਡੀਆ ਇਹਨਾਂ ਨਾਲ ਚੱਲਦਾ ਹੈਗਾ, ਜੇ ਉਹ ਇਲਜ਼ਾਮ ਲਾ ਰਿਹਾ ਹੈਗਾ, ਉਹ ਸਰਾਸਰ ਇੱਕ ਗਲਤ ਇਲਜ਼ਾਮ ਲਾ ਰਿਹਾ। ਦੇਸ਼ ਦੀ ਇੱਜ਼ਤ ਨੂੰ ਪੱਟਾ ਬਿਠਾਉਣ ਲਈ ਇਲਜ਼ਾਮ ਲਾ ਰਹੇ ਨੇ। ਮੈਂ ਜਿਹੜੇ ਅਕਾਲੀ ਦਲ ਦੇ ਬੁਲਾ ਰਹੇ ਨੇ, ਇਹਨਾਂ ਦੀ ਜਿਹੜੀ ਗੱਲ ਦੀ ਬੜੀ ਮੈਂ ਬਿਲਕੁਲ ਇੱਜ਼ਤ ਮਾਨ ਕਰਦਾ ਕਿ ਜਦੋਂ ਆ ਕਹਿ ਰਹੇ ਨੇ ਇਹ ਕਿਸੇ ਨੂੰ ਕੋਈ ਗਲਤ ਗੱਲ ਫੋਨ ਤੇ ਕਰਦਾ ਹੀ ਨਹੀਂ ਹੈ ਤੇ ਉਹਨੂੰ ਡਰ ਕਾਹਦਾ? ਡਰ ਤਾਂ ਉਹ ਹੋਏਗਾ ਜਿਹੜਾ ਕੋਈ ਫੋਨ ਤੇ ਗਲਤ ਗੱਲ ਕਰਕੇ ਦੇਸ਼ ਦੀ ਅਖੰਡਤਾ, ਦੇਸ਼ ਦੇ ਅਗੇਂਸਟ ਕੋਈ ਸਮਗਲਿੰਗ ਦੀ ਗੱਲ ਕਰਦਾ, ਕੋਈ ਖਰੀਦੋ ਫਰੋਖਤ ਦੀ ਗੱਲ ਕਰਦਾ, ਕੋਈ ਐਮਐਲਏ ਖਰੀਦਣ ਦੀ ਗੱਲ ਕਰਦਾ। ਇਹਨਾਂ ਕਰਨਾਟਕਾ ਦੀ ਗੱਲ ਕੀਤੀ, ਇਹਨਾਂ ਨੇ ਰਾਜਸਥਾਨ ਦੀ ਗੱਲ ਕੀਤੀ, ਇਹਨਾਂ ਨੇ ਮੱਧ ਪ੍ਰਦੇਸ਼ ਦੀ ਗੱਲ ਕੀਤੀ। ਕਿਉਂ ਕੀਤੀ? ਕੀ ਪਤਾ ਐਮਐਲਏ ਖਰੀਦਣ ਦੀ ਗੱਲ ਕਰਦੇ ਸੀਗੇ। ਕਹਿੰਦੇ ਨਾ ਚੋਰ ਕੀ ਦਾੜੀ ਮੇਂ ਤਿਨਕਾ, ਇਹਨਾਂ ਦੀ ਦਾੜੀ 'ਚ ਕਿਤੇ ਤਿਨਕਾ ਨਾ ਹੋਵੇ। ਬੜੀ ਸੋਚਣ ਵਾਲੀ ਗੱਲ ਜੇ। ਮੈਨੂੰ ਲੱਗਦਾ ਇਹਨਾਂ ਦੀ ਦਾੜੀ ਤਿਨਕਾ ਆ, ਝੂਠ ਦਾ ਪਰਲਿੰਦਾ ਇਹਨਾਂ ਨੇ ਬਣਾਇਆ ਹੋਇਆ ਹੈ। ਕਰਪਸ਼ਨ ਦੀ ਵਿਸਾਤ ਇਹਨਾਂ ਨੇ ਦੇਸ਼ ਦੇ ਵਿੱਚ ਵਸਾਈ ਹੋਈ ਸੀਗੀ। ਉਹ ਸੋ ਸਰ ਮੇਰੇ ਕੋਲ ਟਾਈਮ ਥੋੜਾ ਹੈ, ਪਲੀਜ਼ ਥੋੜਾ ਬਰੀਫ ਦੇ ਵਿੱਚ।
ਨੂੰ ਲੱਗਦਾ ਹੈਗਾ ਇਸ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਿਲਕੁਲ ਕਲੀਅਰ ਹੋ ਕੇ ਆਵੇਗਾ ਤੇ ਆ ਪ੍ਰੂਵ ਹੋ ਜਾਏਗਾ ਕਿ ਜੋ ਵੀ ਕਾਂਗਰਸ ਨੇ ਇੰਨੇ ਸਾਲਾਂ ਦੇ ਵਿੱਚ ਕੀਤਾ ਹੈਗਾ ਸਾਰਾ ਕੀਤਾ ਇਹਨਾਂ ਦਾ ਸੀਗਾ ਤੇ ਹੁਣ ਇਹਨਾਂ ਦੀ ਦਾੜੀ ਤਿਨਕਾ ਵੜ ਗਿਆ ਤੇ ਤਿਨਕਾ ਲੱਭਣ ਦੀ ਕੋਸ਼ਿਸ਼ ਕਰਦੇ ਪਏ ਨੇ। ਠੀਕ ਹੈ ਭਾਰਤੀ ਆਈ ਜੀ, ਹੋਪ ਠੀਕ ਹੈ ਭਾਰਤੀ ਜੀ, ਬਰੀਫ ਦੇ ਵਿੱਚ ਹਾਂ ਸ਼ਾਰਟ ਨੋਟ ਚਾਹੂੰਗੀ ਤੁਹਾਡੇ ਤੋਂ। मैं कह रहा थी कि खुद ही कातिल खुद ही मुंसिफ ठहरे, अगर वह मेरे करे कत्ल का दावा तो किस पर? आप ही उसके ये माड़े टेढ़े बंदे का काम नहीं है। $80 बिलियन की पेमेंट हुई होनी होते। और सब तो पहला सरकार का फर्ज था कि पेमेंट किस कंपनी ने की, कितों हुई, कि एनएच सिर्फ सरकारां ਨੂੰ ये फैसिलिटी देती है, अधिक प्राइवेट बंदे ਨੂੰ नहीं देंगे। सारी गल किते हो के बाहर आ गई। ठीक है, ਉਹਨੇ ਕੀ ਜਾਣੇ ਸਿਰਫ ਲੰਬੀਆਂ ਸਪੀਚਾਂ ਦੇ ਕੇ ਸਮਾਂ ਹੀ ਬਰਬਾਦ ਕੀਤਾ। ठीक है परमवीर जी, ठीक है परमवीर जी, ਤੁਸੀਂ ਕੀ ਕਹੋਗੇ ਬਰੀਫ ਨੋਟ ਜਿਹਦੇ ਨਾਲ ਇਹ ਦੱਸ ਸਕਣ ਕਿ ਇਹ ਮਸਲਾ ਕਿਉਂ ਹੋਇਆ। ठीक है भारती जी, मेरे को समा थोड़ा, मैं परमवीर जी का भी ब्रीफ नोट लेना। परमवीर जी, बिफोर स्कैम होया 4G स्कैम 4G स्कैम फलाना स्कैम ਉਹਦੇ ਚ ਲੱਖਾਂ ਕਰੋੜਾਂ ਕਰੋੜ ਦੀ ਜਿਹੜੀ ਪਬਲਿਕ ਮਨੀ ਸੀ ਉਹਦਾ ਹਿਸਾਬ ਕਾਂਗਰਸ ਤਾਂ ਅੱਜ ਤੱਕ ਨਹੀਂ ਦੇ ਸਕੀ। ਇਹ ਪਹਿਲਾਂ ਇਹਨਾਂ ਦੀ ਸਰਕਾਰ ਸੀ ਇਹ ਦੱਸਣ ਵੀ ਜਦੋਂ ਰੌਲਾ ਪਿਆ ਬਫੋਰਸ ਦਾ ਪਿਆ 4G ਸਕੈਮ ਦਾ ਪਿਆ 3G ਸਕੈਮ 4G ਸਕੈਮ ਹੋਰ ਜਿਹੜੇ ਸਕੈਮ ਸੀ ਉਦੋਂ ਇਹਨਾਂ ਦੀ ਸਰਕਾਰ ਸੀ। ਜੇ ਇਹਨਾਂ ਨੂੰ ਅੱਜ ਇੰਨਾ ਡਰ ਲੱਗ ਰਿਹਾ ਉਦੋਂ ਪਾਰਲੀਮੈਂਟ ਦੇ ਵਿੱਚ ਸਾਰਾ ਕੁਝ ਕਲੀਅਰਲੀ ਦੱਸ ਦਿੰਦੇ ਜੀ ਆ ਦੇਖੋ ਕਾਗਜ਼। परमवीर जी ठीक है, बिल्कुल एक वड्डा मुद्दा जिहड़ा, माफ करना मैं रोक रही हूँ, एक वड्डा मुद्दा जिहड़ा पक्या होया है जासूसी कांड है। पेगागस स्पाईवेयर दे नाल जासूसी कीती है, इजराइली सॉफ्टवेयर है वो, जबकि इस नूं बनाउण वाली कंपनी का दावा है कि इंडिविजुअल नहीं वेचती, वो सरकारां नूं वेचती है, ਜਿਹਦੇ ਵਿੱਚ सवाल होर भी खड़े हो जाते हैं। ਅਸੀਂ तमाम गलबात की, उम्मीद करते हैं कि ਤੁਹਾਨੂੰ भी बहुत कुछ इस गलबात चों समझ आ गया होना। मैं अपने सारे मेहमानां ਦਾ ਧੰਨਵਾਦ ਕਰਾਂਗੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਆਪੋ ਆਪਣੀ ਰਾਏ ਸਾਡੇ ਨਾਲ ਸਾਂਝੀ ਕੀਤੀ। ਹੁਣ ਪਰ ਵੇਖਣਾ ਇਹ ਹੋਏਗਾ ਕਿ ਇਹ ਮੁੱਦਾ ਕੀ ਰੁਖ ਅਖਤਿਆਰ ਕਰਦਾ ਹੈ। ਖਾਸਾ ਦਿਲਚਸਪ ਰਹੇਗਾ, ਸਰਕਾਰ ਦਾ ਕੀ ਸਟੈਂਡ ਰਹੇਗਾ, ਵਿਰੋਧੀ ਧਿਰਾਂ ਕੀ ਸਟੈਂਡ ਲੈਣਗੀਆਂ, ਤੇ ਜੋ ਲੋਕ ਚਾਹੇ ਉਹ ਪੱਤਰਕਾਰ ਨੇ, ਚਾਹੇ ਵਿਗਿਆਨਕ ਨੇ, ਤੇ ਚਾਹੇ ਉਦਯੋਗਪਤੀ ਨੇ, ਜੋ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਜਾਸੂਸੀ ਕੀਤੀ ਗਈ ਹੈ, ਉਹ ਅੱਗੇ ਕੀ ਸਟੈਂਡ ਲੈਂਦੇ ਨੇ। ਫਿਲਹਾਲ ਅੱਜ ਲਈ ਇੰਨਾ ਹੀ। ਤੁਸੀਂ ਬਣੇ ਰਹੋ ਫਾਸਟ ਵੀ ਨਿਊਜ਼ ਦੇ ਨਾਲ। ਮੈਨੂੰ ਇਜਾਜ਼ਤ ਦਿਓ। ਧੰਨਵਾਦ।